ਮੋਨੋਪੋਲੀਜ਼ ਵੀ ਵੈਸੇ ਕੈਨੇਡੀਅਨ ਇਕੋਨਮੀ ਦੀ ਇੱਕ ਬੜੀ ਵੱਡੀ ਪ੍ਰੋਬਲਮ ਹੈ, ਚਾਹੇ ਟੈਲੀਕਾਮ ਹੋਏ ਜੀ ਚਾਹੇ ਗਰੋਸਰੀ ਹੋਏ। ਅਸੀਂ ਦੇਖਦੇ ਹਾਂ ਇਹਦੇ 'ਚ ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ। ਅਦਰਵਾਈਜ਼ ਸਾਡੇ ਜਿਹੜੀਆਂ ਟੈਲੀਕਾਮ ਪ੍ਰਾਈਸਿਸ ਨੇ ਜੀ ਉਹ ਦੁਨੀਆ ਦੇ ਇੱਕ ਗਰੀਬ ਤੋਂ ਗਰੀਬ ਕੰਟਰੀ ਨਾਲੋਂ ਵੀ ਜੀ ਮਹਿੰਗਾ ਸਾਡਾ। ਐਬਸੋਲੂਟਲੀ ਈਵਨ ਬੈਂਕਿੰਗ ਵੀ ਜਿਹੜੀਆਂ ਆਇਲ ਪ੍ਰਾਈਸਿਸ ਵਧੀਆਂ, ਸਟਾਕ ਮਾਰਕੀਟ ਉਹਨੂੰ ਹੋਰ ਤਰੀਕੇ ਨਾਲ ਰਿਸਪੌਂਡ ਕਰ ਰਹੀ ਹੈ। ਜੀ ਇਨਫਲੇਸ਼ਨ 'ਤੇ ਉਹਦਾ ਹੋਰ ਅਸਰ ਪੈ ਰਿਹਾ ਵੀ ਤੁਸੀਂ ਇੱਕ ਲੋਨ ਦਿੱਤਾ, ਇੱਕ ਬੰਦੇ ਨੇ ਇੱਕ ਟਰਮ 'ਤੇ ਲੈ ਲਿਆ, ਜੀ ਪਰ ਉਹ ਫਿਰ ਉਹ ਮੁੜ ਕੇ ਜਦੋਂ ਉਹ ਬਦਲ ਜਾਏ, ਜੀ ਦੈਟ ਮੀਨਸ ਤੁਸੀਂ ਆਪਣੀਆਂ ਜਿਹੜੀਆਂ ਓਰੀਜਨਲ ਬੰਦੇ ਦਾ ਪਲਾਨ ਹੈ ਉਹ ਸਾਰੇ ਦੇ ਸਾਰੇ ਹਿਲ ਸਕਦਾ। ਐਬਸੋਲੂਟਲੀ ਇਸ ਕਰਕੇ ਬੰਦੇ ਨੂੰ ਕੋਈ ਉਹ ਸਰਟਨਟੀ ਚਾਹੀਦੀ ਹੈ ਵੀ ਮੈਂ ਜੇ 30 ਸਾਲ ਦਾ ਲੋਨ ਲੈ ਰਿਹਾ ਜੀ ਤਾਂ ਮੇਰਾ ਇਹ ਨਹੀਂ ਹੈ ਵੀ ਅਚਾਨਕ ਹੀ ਉਹ 5% ਵੱਧ ਜਾਏਗਾ। ਵਧਿਆ ਜੀ, ਹੁਣ ਵਧਿਆ ਹੀ ਹੈ ਨਾ। ਵਧਿਆ ਹੈ। ਦੇਖੋ ਲੋਕਾਂ ਦੀ ਅੱਜ ਤੋਂ 5 ਸਾਲ ਪਹਿਲਾਂ ਫਿਕਸ ਮੌਰਗੇਜ 2-2.5% ਤੇ ਸੀਗੀ ਤੇ ਹੁਣ 6-6.5% ਤੇ ਮਿਲਦੀ ਆ ਤੇ ਵਧਿਆ ਹੀ ਹੈ। 4% ਤੇ ਵਧਿਆ ਹੀ ਹੈਗਾ ਜਿਨ੍ਹਾਂ ਦੀ ਹੁਣ ਮੌਰਗੇਜ ਫਿਕਸ ਕਿਸਮ ਦਾ ਧੋਖਾ ਹੋਇਆ ਨਾ ਲੋਕਾਂ ਨਾਲ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਤੇ ਹੁਣ ਅਸੀਂ ਮਾਰਕੀਟ ਦੇ ਤਾਜ਼ਾ ਹਾਲਾਤ, ਇਕੋਨਮੀ ਦੇ ਤਾਜ਼ਾ ਹਾਲਾਤ, ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਮਾਰਕੀਟ ਦੇ ਹਾਲਾਤ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਹਰ ਹਫ਼ਤੇ ਸੁਰਿੰਦਰਪਾਲ ਜੀ ਨਾਲ। ਤੇ ਸੁਰਿੰਦਰਪਾਲ ਜੀ ਸਾਡੇ ਨਾਲ ਸਟੂਡੀਓ 'ਚ ਨੇ। ਸੁਰਿੰਦਰਪਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਰੈਡ FM ਦੇ ਸਾਰੇ ਹੀ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਮਾਰਕੀਟ ਅਪਡੇਟ ਨਾਲ ਸ਼ੁਰੂ ਕਰਦੇ ਹਾਂ। Market is fantastic, sir. For last 4 days, Toronto Stock Index is up almost 1.4% so far. The reason being is oil. Oil देखो शमील जी $80 ਤੋਂ within few weeks $90 per barrel ਹੋ ਗਿਆ। It's now ਪਿਛਲੇ 1 ਸਾਲ ਦਾ ਹਾਈ ਹੈਗਾ ਔਰ oil is benefiting Canada ਕਿਉਂਕਿ ਅਸੀਂ ਤੁਹਾਨੂੰ ਪਤਾ ਹੈ ਐਕਸਪੋਰਟ ਕਰਦੇ ਹਾਂ oil ਔਰ within Canada it definitely helps a lot of Alberta। ਔਰ ਅਲਬਰਟਾ ਦੀ ਇਕੋਨਮੀ ਮੋਸਟਲੀ ਤੁਹਾਨੂੰ ਪਤਾ ਆਇਲ ਬੇਸ 'ਤੇ ਹੈਗੀ ਆ। ਔਰ ਸੈਕੰਡ ਇਜ਼ ਦੈਟ ਦੇਰ ਇਜ਼ ਅ ਲੋਟ ਆਫ ਆਪਟੀਮਿਜ਼ਮ ਇਨ ਦੀ ਮਾਰਕੀਟ ਵੀ ਮਾਰਕੀਟ ਇਹ ਮੰਨ ਕੇ ਚੱਲ ਰਹੀ ਹੈ ਵੀ ਸ਼ਾਇਦ ਜਿਹੜੀ ਅਗਲੇ ਹਫਤੇ ਫੈਡ ਰਿਜ਼ਰਵ ਦੀ ਮੀਟਿੰਗ ਹੈ ਵੀ ਸ਼ਾਇਦ ਉਹ ਇੰਟਰਸਟ ਨਹੀਂ ਵਧਾਉਣ। ਹੀ ਮੇ ਸੈਟ ਔਨ ਅ ਸਾਈਡ ਲਾਈਨ ਐਜ਼ ਦ ਕੈਨੇਡਾ ਡਿਡ। ਹਾਲਾਂਕਿ ਯੂਰੋਪੀਅਨ ਸੈਂਟਰਲ ਬੈਂਕ ਨੇ ਇਸ ਹਫਤੇ ਆਪਣਾ 10ਵੀਂ ਵਾਰ ਲਗਾਤਾਰ ਇੰਟਰਸਟ ਵਧਾਇਆ ਔਰ ਇਸ ਦੇ ਬਾਵਜੂਦ ਕਿ ਯੂਰਪ ਦੇ ਕਈ ਜਿਹੜੇ ਕੰਟਰੀਜ਼ ਨੇ ਉਹ ਰਿਸੈਸ਼ਨ 'ਚ ਨੇ, ਚਾਹੇ ਉਹ ਜਰਮਨੀ ਹੋਏ, ਚਾਹੇ ਇੰਗਲੈਂਡ ਹੋਏ, ਹੋਰ ਕਈ ਐਸੇ ਕੰਟਰੀ ਨੇ ਜਿਹੜੇ ਕਿ ਰਿਸੈਸ਼ਨ ਚੱਲ ਰਹੇ ਨੇ। ਇਸ ਦੇ ਬਾਵਜੂਦ ਆਪਣੀ ਇਨਫਲੇਸ਼ਨ ਨੂੰ ਜਿੱਠਣ ਲਈ ਉਹਨਾਂ ਨੇ ਜਿਹੜਾ ਹੈ ਇੰਟਰਸਟ ਵਧਾਇਆ। ਮਾਰਕੀਟ 'ਚ ਆਪਟੀਮਿਜ਼ਮ ਦਾ ਇੱਕ ਹੋਰ ਰੀਜ਼ਨ ਹੈ ਕਿ ਇੱਕ ਨਵਾਂ IPO ਆਇਆ ਜੀ ਆਰਮ ਕੰਪਨੀ ਦਾ। ਆਰਮ ਦੀ ਅਗੇਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਬਣਾਉਂਦੀ ਆ। ਇਹਨੂੰ ਓਨ ਕਰਦਾ ਸੌਫਟ ਬੈਂਕ। ਇਹ ਇੰਗਲੈਂਡ ਦੀ ਕੰਪਨੀ ਹੈਗੀ ਆ। ਔਰ ਜਿਸ ਤਰ੍ਹਾਂ ਕਿ NVIDIA ਇਜ਼ ਅ 5th ਲਾਰਜੈਸਟ ਕੈਪੀਟਲਾਈਜੇਸ਼ਨ ਕੰਪਨੀ ਨਾਓ ਇਨ ਅਮਰੀਕਾ। ਉਸ ਕੰਪਨੀ ਦੇ ਮੁਕਾਬਲੇ ਦੀ ਬਰਾਬਰ ਇਹ ਕੰਪਨੀ ਹੈਗੀ ਆ। ਹਾਲਾਂਕਿ ਕੁਝ ਚਿਰ ਪਹਿਲਾਂ NVIDIA ਨੇ ਇਹਨੂੰ ਖਰੀਦਣਾ ਚਾਹਿਆ ਸੀ ਲੇਕਿਨ ਯੂਰੋਪੀਅਨ ਯੂਨੀਅਨ ਨੇ ਇਹਦੇ 'ਤੇ ਸਟਾਲ ਕਰਤਾ ਸੀ, ਉਹਨਾਂ ਨੇ ਅਲਾਓ ਨਹੀਂ ਕੀਤਾ। ਅਤੇ ਹਾਲਾਂਕਿ ਇਹ ਕੰਪਨੀ ਦਾ IPO ਕੱਲ੍ਹ ਆਇਆ ਜੀ। $51 ਪਰ ਸ਼ੇਅਰ ਜਿਹੜਾ ਉਹਨਾਂ ਦਾ ਪ੍ਰਾਈਸ ਰੱਖਿਆ ਸੀ ਅਤੇ ਕੱਲ੍ਹ $62 ਤੇ ਕਲੋਜ਼ ਹੋਇਆ। ਅੱਜ ਵੀ ਮੈਂ ਸਵੇਰੇ ਦੇਖ ਰਿਹਾ ਸੀ ਉਹਦੇ ਫਿਊਚਰਸ ਜਿਹੜੇ ਨੇ ਅਪ ਹੈਗੇ ਨੇ। ਮਤਲਬ ਕਹਿਣ ਦਾ ਭਾਵ ਇਹ ਹੈ ਜਿਹੜਾ ਆਪਟੀਮਿਜ਼ਮ ਹੈ ਨਾ ਉਹ ਆਮ ਕੰਪਨੀਆਂ 'ਚ ਨਹੀਂ ਹੈਗਾ ਸ਼ਮੀਲ ਜੀ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਚਿਪਸ ਕੰਪਨੀ ਦੇ ਅੰਦਰ, ਇਲੈਕਟ੍ਰਿਕ ਵਹੀਕਲ ਕੰਪਨੀ ਦੇ ਅੰਦਰ ਕੁਛ ਇਹ ਕੰਪਨੀਆਂ 'ਚ ਹੀ ਹੈਗਾ ਆ। ਪਰ ਜੇ ਤੁਸੀਂ ਦੂਸਰੇ ਪਾਸੇ ਦੇਖੋ ਜਿਹੜੀਆਂ ਟ੍ਰੈਡੀਸ਼ਨਲ ਕੰਪਨੀਆਂ ਲਾਈਕ ਫੋਰਡ ਔਰ GM, ਹੁਣ ਤਾਂ ਉਹਨਾਂ ਤੁਸੀਂ ਸੁਣਿਆ ਹੋਣਾ ਅੱਜ ਤੋਂ ਉਹਨਾਂ ਦੀ ਸਟ੍ਰਾਈਕ ਹੋ ਗਈ। 13,000 ਵਰਕਰ ਜਿਹੜੇ ਨੇ ਉਹ ਮਤਲਬ ਸਟ੍ਰੈਟੇਜਿਕਲੀ ਸਟ੍ਰਾਈਕ ਕਰਨਗੇ ਸਿਲੈਕਟਿਵ ਪਲਾਂਟਸ 'ਤੇ। ਇਸ ਤਰ੍ਹਾਂ ਨਹੀਂ ਹੈ ਵੀ 13,000 ਬੰਦੇ ਸਾਰੇ ਬਾਹਰ ਆ ਜਾਣਗੇ। ਕੁਛ ਇੱਕ ਪਲਾਂਟਸ 'ਤੇ ਜਦੋਂ ਉਹ ਪਹਿਲਾਂ ਦੇ ਕੇ ਨੋਟਿਸ ਉੱਤੇ ਸਟ੍ਰਾਈਕ ਕਰਨਗੇ ਸੋ ਦੈਟ ਕਿ ਉਹਨਾਂ ਦੀ ਜਿਹੜੀ ਚੇਨ ਹੈ, ਉਹ ਪਾਈਪਲਾਈਨ ਹੈ, ਉਹ ਜਿਹੜੀ ਹੈ ਇਫੈਕਟ ਹੋਏ ਅਤੇ ਫਿਰ ਕੰਪਨੀ ਨੂੰ ਜਿਹੜਾ ਪੇਨ ਹੋਏਗਾ ਅਤੇ ਕੰਪਨੀ ਜਿਹੜੀ ਇਹਨਾਂ ਦੇ ਵਰਕਰਸ ਦੀ ਜਿਹੜੀ ਤਨਖਾਹਾਂ ਜਿਹੜੀਆਂ ਵਧਾਏਗੀ। ਹਾਲਾਂਕਿ ਤੁਸੀਂ ਦੇਖੋ ਕੋਈ ਜ਼ਮਾਨਾ ਸੀਗਾ ਅੱਜ ਤੋਂ 25-30 ਸਾਲ ਪਹਿਲਾਂ ਜੇ 3 ਵੱਡੀਆਂ ਆਟੋਮੇਕਰ ਕੰਪਨੀਆਂ ਸਟ੍ਰਾਈਕ ਕਰਨ ਕਹਿੰਦੀਆਂ ਸੀ ਤਾਂ ਪੂਰੀ ਇਕੋਨਮੀ ਹਿਲ ਜਾਂਦੀ ਸੀ। ਲੇਕਿਨ ਇਸ ਟਾਈਮ ਐਸਾ ਕੁਛ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਇਹਨਾਂ ਕੰਪਨੀਆਂ ਦਾ ਪ੍ਰਭਾਵ ਵੀ ਜਿਹੜਾ ਹੈ ਉਹ ਘਟ ਗਿਆ ਹੈ। ਔਰ ਜੇ ਸਟ੍ਰਾਈਕ 'ਤੇ ਜਾਂਦੀਆਂ ਇਹਦਾ ਬੈਨੀਫਿਟ ਕੁਛ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਜਿਹੜੀ ਕੰਪਨੀ ਟੈਸਲਾ ਹੈ ਉਹਨੂੰ ਵੀ ਹੁੰਦਾ ਹੈ। ਟੈਸਲਾ ਨੇ ਆਲਰੇਡੀ ਜਿਹੜੀ ਇੱਕ ਲੀਡ ਲਈ ਹੋਈ ਹੈ। ਅਤੇ ਜੇ ਆਪਾਂ ਹੁਣ ਦੂਸਰੇ ਪਾਸੇ ਆਈਏ ਵੀ ਕੰਪਨੀਆਂ ਦੇ ਪ੍ਰੋਫਿਟ ਦੀ, ਇਸ ਹਫ਼ਤੇ ਅੰਪਾਇਰ ਫੂਡ ਜਿਹੜੀ ਗਰੋਸਰੀ ਦੀ 2nd ਔਰ 3rd ਲਾਰਜੈਸਟ ਕੰਪਨੀ ਹੈਗੀ ਆ, ਉਹਨੇ ਰੈਕਡ ਪ੍ਰੋਫਿਟ ਪੇਸ਼ ਕੀਤਾ ਸ਼ਮੀਲ ਜੀ। ਜਿਹੜੀ ਕੰਪਨੀ ਨੇ ਪ੍ਰੋਫਿਟ ਕਹਿ ਲਓ ਪਹਿਲਾਂ ਕਿ $186 ਮਿਲੀਅਨ ਸੀਗਾ, ਆਲਮੋਸਟ ਉਹਨਾਂ ਦਾ ਮੋਰ ਦੈਨ $100 ਮਿਲੀਅਨ ਪ੍ਰੋਫਿਟ ਇਸ ਕੁਆਟਰ 'ਚ ਵੱਧ ਆਇਆ ਜੀ। 30% ਤੋਂ 30-40% ਤੋਂ ਵੱਧ
ਪ੍ਰੋਫਿਟ ਉਹਨਾਂ ਦਾ ਇਸ ਕੁਆਟਰ ਪਿਛਲੇ ਕੁਆਟਰ ਨਾਲੋਂ ਵੱਧ, ਇਹ ਨਹੀਂ ਕਿ ਪਿਛਲੇ ਸਾਲ ਨਾਲੋਂ ਵੱਧ ਇਹ ਆਇਆ। ਇਸ ਦੇ ਕਹਿਣ ਦੇ ਬਾਵਜੂਦ ਟਰੂਡੋ ਸਾਹਿਬ ਨੇ ਲੰਡਨ 'ਚ ਜਦੋਂ ਹੁਣ ਤੁਹਾਨੂੰ ਪਤਾ ਹੈ ਇਸ ਹਫ਼ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਜਦੋਂ ਆਪਣੀ ਇੰਡੀਆ ਦੇ ਫੇਰੀ ਤੋਂ ਆਏ ਆ, ਆਪਣਾ 2 ਗੱਲਾਂ ਨੂੰ ਉਹਨਾਂ ਨੇ ਜਿਹੜਾ ਹੈ ਐਡਰੈਸ ਕੀਤਾ ਆ। ਇੱਕ ਤਾਂ ਇਹ ਗਰੋਸਰੀ ਚੇਨ ਦੀ ਕੰਪਨੀ ਨੂੰ ਕਿਹਾ ਵੀ ਅਸੀਂ ਕੰਪੀਟੀਸ਼ਨ ਐਕਟ ਜਿਹੜਾ ਹੈ ਇਹ ਲੈ ਕੇ ਆਵਾਂਗੇ। ਕਹਿਣ ਦਾ ਭਾਵ ਇਹ ਹੈ ਵੀ ਇਹ ਜਿਸ ਤਰ੍ਹਾਂ ਕੰਪੀਟੀਸ਼ਨ ਐਕਟ 'ਚ ਹੁੰਦਾ ਕਿ ਕਈ ਵਾਰੀ ਕੰਪਨੀਆਂ ਇਹ ਪਲੀ ਲੈਂਦੀਆਂ ਬਈ ਅਸੀਂ ਕੋਈ ਦੂਸਰੀ ਕੰਪਨੀ ਨਾਲ ਮਰਜ ਕਰਨਾ, ਇਹਦੇ ਨਾਲ ਸਾਡੀ ਕਾਸਟ ਘਟੇਗੀ, ਅਤੇ ਉਸ ਜਿਸ ਤਰ੍ਹਾਂ ਉਹਨੂੰ ਜਿਹੜੀ ਫੈਡਰਲ ਗੌਰਮੈਂਟ ਹੈ ਉਹ ਸਟਾਲ ਕਰ ਸਕਦੀ ਹੈ, ਨੰਬਰ 1। ਨੰਬਰ 2, ਦੇ ਕੈਨ ਬ੍ਰਿੰਗ ਏ ਰੈਗੂਲੇਸ਼ਨ ਕਿ ਜਿਹਦੇ ਕੰਪਨੀ ਨੂੰ ਆਪਣੀ ਜਿਹੜੀ ਹੈ ਆਪਣੀ ਜਿਹੜੀ ਪ੍ਰਾਈਸਿੰਗ ਹੈ, ਜਿਹੜੀ ਟੋਟਲ ਅਕਾਊਂਟਿੰਗ ਹੈ, ਦੇ ਹੈਵ ਟੂ ਡਿਸਕਲੋਜ਼ ਟੂ ਦੀ ਗੌਰਮੈਂਟ ਅਥਾਰਟੀਜ਼। ਹਾਲੇ ਤਾਂ ਵੋਲੰਟਰਲੀ ਹੈ। ਹੁਣ ਵੋਲੰਟਰਲੀ ਤੁਹਾਨੂੰ ਪਤਾ ਕੌਣ ਕਰਦਾ ਇਸ ਤਰ੍ਹਾਂ ਹੈਗਾ, ਜੇ ਇਸ ਤਰ੍ਹਾਂ ਦਾ ਲੈ ਕੇ ਆਉਂਦੀ ਹੈ ਦਿਸ ਵਿਲ ਬੀ ਅ ਮੇਜਰ ਸਟੈਪ। ਲੇਕਿਨ ਅਗੇਨ ਵੀ ਲਿਵ ਇਨ ਅ ਫ੍ਰੀ ਕੰਟਰੀ, ਇਟ ਵਿਲ ਬੀ ਵੈਰੀ ਹਾਰਡ for the government to bring in this kind of legislation also। ਔਰ ਬਿਹਤਰ ਇਹ ਹੋਏਗਾ ਕਿ ਉਹ ਕੰਪਨੀਆਂ ਆਪ ਹੀ ਰੈਗੂਲੇਟ ਕਰਨ ਆਪਣੇ ਆਪ ਨੂੰ, ਜਿਸ ਤਰ੍ਹਾਂ ਕਿ ਕੈਨੇਡਾ ਦਾ ਸੁਭਾਅ ਹੈ। ਧਮਕੀ ਤੇ ਦਿੱਤੀ ਥੋੜੀ ਪ੍ਰਾਈਮ ਮਿਨਿਸਟਰ ਨੇ। ਜੀ ਬਿਲਕੁਲ ਧਮਕੀ ਦਿੱਤੀ। ਪਰ ਉਹ ਇਹ ਕਹਿ ਰਹੀ ਨੇ ਕੰਪਨੀਜ਼ ਕਿ ਜੇ ਸਾਡੇ ਪ੍ਰੋਫਿਟ ਨੂੰ ਤੁਸੀਂ ਸਾਡੇ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਨਾਲ ਕਨੈਕਟ ਨਾ ਕਰੋ। ਜੀ ਇਹ ਕੀ ਆਰਗੂਮੈਂਟ ਹੋਈ ਉਹਨਾਂ ਦੀ? ਪਤਾ ਨਹੀਂ ਸਰ, ਉਹੀ ਜਾਣਨ। ਇਹਦਾ ਕੋਈ ਵੀ ਕਨੈਕਸ਼ਨ ਨਹੀਂ ਹੈਗਾ ਸਰ। ਦੇ ਆਰ ਵੈਰੀ ਓਪਰਚੁਨਿਸਟ ਕੰਪਨੀ। ਅਨਫੋਰਚੁਨੇਟਲੀ ਇਹ ਕਹਿ ਲਓ ਕਿ ਸਾਡੇ ਇਹ ਢਿੱਲ ਰਹੀ ਹੈ ਕਿ ਤੁਸੀਂ ਗਰੋਸਰੀ ਜਿਹੜੀਆਂ ਹੈ ਘੱਟ ਤੋਂ ਘੱਟ 5-7 ਕੰਪਨੀਆਂ ਰੱਖੋ ਸਰ, 3 ਹੀ ਕੰਪਨੀਆਂ ਹੈਗੀਆਂ ਜਿਹੜੀ ਕਿ ਮੇਜਰ ਪਲੇਅਰ ਨੇ। ਇਸ ਤਰ੍ਹਾਂ ਹੀ ਤੁਹਾਡੇ ਸੈੱਲਫੋਨ ਮੋਨੋਪੋਲੀਜ਼ ਵੀ ਵੈਸੇ ਕੈਨੇਡੀਅਨ ਇਕੋਨਮੀ ਦੀ ਇੱਕ ਬੜੀ ਵੱਡੀ ਪ੍ਰੋਬਲਮ ਹੈ, ਚਾਹੇ ਟੈਲੀਕਾਮ ਹੋਏ ਜੀ, ਚਾਹੇ ਗਰੋਸਰੀ ਹੋਏ। ਅਸੀਂ ਦੇਖਦੇ ਹਾਂ ਇਹਦੇ 'ਚ ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ। ਅਦਰਵਾਈਜ਼ ਸਾਡੇ ਜਿਹੜੀਆਂ ਟੈਲੀਕਾਮ ਪ੍ਰਾਈਸਿਸ ਨੇ ਜੀ ਉਹ ਦੁਨੀਆ ਦੇ ਇੱਕ ਗਰੀਬ ਤੋਂ ਗਰੀਬ ਕੰਟਰੀ ਨਾਲੋਂ ਵੀ ਮਹਿੰਗਾ। ਐਬਸੋਲੂਟਲੀ। ਈਵਨ ਬੈਂਕਿੰਗ, ਹਾਂਜੀ, ਬੈਂਕਿੰਗ ਦੇ ਅੰਦਰ ਵੀ ਦੇ ਡੋਂਟ ਅਲਾਓ ਦੀ ਫੋਰਨ ਬੈਂਕਸ ਟੂ ਡੂ ਰਿਟੇਲ ਬੈਂਕਿੰਗ। ਔਰ ਅੱਜ ਤੱਕ ਬੜਾ ਅਜੀਬ ਕੈਪੀਟਲਿਜ਼ਮ ਹੈ ਸਾਡਾ ਜੀ, ਮਤਲਬ ਕੈਪੀਟਲਿਜ਼ਮ ਦੇ ਭੁਲੇਖੇ 'ਚ ਕੁਛ ਹੋਰ ਹੈ। ਇਹਦਾ ਸਰ ਪਲੀ ਇਹ ਲੈਂਦੀਆਂ ਸਰਕਾਰਾਂ, ਚਾਹੇ ਕੋਈ ਵੀ ਸਰਕਾਰ ਹੋਏ, ਪਿੱਛੇ ਵੀ ਜਿਹੜੀ ਸਰਕਾਰ ਸੀ ਉਹ ਇਹ ਪਲੀ ਲੈਂਦੀਆਂ ਵੀ ਇਹ ਸਮਾਲ ਕੰਟਰੀ ਹੈਗਾ ਅਤੇ ਇਨਫਰਾਸਟਰਕਚਰ ਡਿਵੈਲਪਮੈਂਟ ਲਈ ਮਤਲਬ ਇਹਨਾਂ ਕੰਪਨੀ ਨੂੰ ਪੈਸੇ ਜ਼ਿਆਦਾ ਲਗਾਉਣੇ ਪੈਂਦੇ ਆ। ਇਸ ਕਰਕੇ ਇਹਨਾਂ ਨੂੰ ਥੋੜ੍ਹੀ ਲੀਵੇ ਜਿਹੜੀਆਂ ਹੈ ਇਹ ਸਰਕਾਰਾਂ ਦਿੰਦੀਆਂ, ਜੋ ਇਹ ਸਰਕਾਰਾਂ ਕਹਿੰਦੀਆਂ। ਇਹਦਾ ਆਰਗੂਮੈਂਟ ਹੈ ਬਸ, ਇਹ ਸਰਕਾਰ ਆਪਣਾ ਪੱਖ ਦਿੰਦੀ ਹੈ, ਲੇਕਿਨ ਦੇ ਹੈਵ ਟੂ ਲੁੱਕ ਇਨਟੂ ਦਿਸ ਥਿੰਗਸ। ਅੱਛਾ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਆਇਲ ਪ੍ਰਾਈਸਿਸ ਦੀ, ਜੀ ਇਹ ਵੀ ਹੁਣ ਇੱਕ ਕੰਟਰਡਿਕਸ਼ਨ ਹੈ। ਇੱਕ ਆਮ ਬੰਦੇ ਦੇ ਮਨ 'ਚ ਸਵਾਲ ਪੈਦਾ ਹੁੰਦਾ ਵੀ ਜਿਹੜੀਆਂ ਆਇਲ ਪ੍ਰਾਈਸਿਸ ਵਧੀਆਂ, ਸਟਾਕ ਮਾਰਕੀਟ ਉਹਨੂੰ ਹੋਰ ਤਰੀਕੇ ਨਾਲ ਰਿਸਪੌਂਡ ਕਰ ਰਹੀ ਹੈ ਜੀ, ਇਨਫਲੇਸ਼ਨ 'ਤੇ ਉਹਦਾ ਹੋਰ ਅਸਰ ਪੈ ਰਿਹਾ ਜੀ। ਦੇਖੋ ਸਰ, ਡੈਫੀਨੇਟਲੀ ਇਹ ਜਿਹੜਾ ਆਇਲ ਪ੍ਰਾਈਸ ਹੈ ਇਟ ਇਜ਼ ਐਡਿੰਗ ਟੂ ਦੀ ਇਨਫਲੇਸ਼ਨ, ਕਿਉਂਕਿ ਆਇਲ ਇਜ਼ ਅ ਇੰਡੀਕੇਟਰ ਆਫ ਇਕਨੋਮਿਕ ਐਕਟੀਵਿਟੀ। ਜੇ ਆਇਲ ਪ੍ਰਾਈਸ ਉੱਤੇ ਜਾਂਦਾ ਆ ਇਹਦਾ ਮਤਲਬ ਕੋਈ ਰਿਸੈਸ਼ਨ ਦੇ ਚਾਂਸ ਨਹੀਂ ਲੱਗਦੇ, ਨੰਬਰ 1। ਨੰਬਰ 2 ਸਰ, ਇਹਦੇ ਅੰਦਰ ਜੀਓਪੋਲੀਟੀਕਲ ਫੈਕਟਰ ਬਹੁਤ ਵੱਡਾ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਸਾਊਦੀ ਐਂਡ ਰਸ਼ੀਆ, these two countries are playing a major role। ਇਹਨਾਂ ਦੋਨਾਂ ਕੰਟਰੀਆਂ ਨੇ ਕੁਝ ਹਫ਼ਤੇ ਪਹਿਲਾਂ ਹੀ ਅਨਾਊਂਸ ਕੀਤਾ ਸੀ ਵੀ ਸਾਲ ਦੇ ਐਂਡ ਤੱਕ ਆਪਣੀ ਪ੍ਰੋਡਕਸ਼ਨ ਜਿਹੜੀ ਹੈ ਆਊਟਪੁੱਟ ਉਹ ਘੱਟ ਕਰਨਗੇ। ਔਰ ਡਿਮਾਂਡ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਚਾਹੇ ਉਹ ਟੂਰਿਜ਼ਮ ਹੈ, ਟਰੈਵਲ ਹੈ, ਕਿਸ ਤਰ੍ਹਾਂ ਇੱਕਦਮ ਉੱਭਰ ਕੇ ਆ ਪਿਛਲੇ 4-6 ਮਹੀਨਿਆਂ 'ਚ ਬਾਹਰ ਆਈ ਹੈ। ਲੋਕ ਟਰੈਵਲ ਬਹੁਤ ਜ਼ਿਆਦਾ ਕਰ ਰਹੇ ਆ। ਔਰ ਬੈਕ ਟੂ ਆਫਿਸ ਜਿਹੜਾ ਇੱਕ ਫੈਨੋਮੀਨਾ ਦੁਬਾਰਾ ਸ਼ੁਰੂ ਹੋਇਆ ਕਿ ਜਿਹੜਾ ਵਰਕ ਫਰੋਮ ਹੋਮ ਸੀਗਾ, ਹੁਣ ਕੰਪਨੀਆਂ ਹੀ ਫੋਰਸ ਕਰ ਰਹੀਆਂ ਵੀ ਤੁਸੀਂ ਬੇਸ਼ੱਕ ਹਫ਼ਤੇ 3 ਦਿਨ ਆਓ, ਤੁਹਾਨੂੰ ਆਉਣਾ ਪੈਣਾ ਹੈ। ਅਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਇਲ ਦੀ ਜਿਹੜੀ ਡਿਮਾਂਡ ਹੈ ਉਹਨੂੰ ਵਧਾ ਰਹੀਆਂ ਹੈ। ਅਤੇ ਆਇਲ ਜਿਹੜਾ ਹੈ ਇਸੇ ਕਰਕੇ ਤੁਸੀਂ ਦੇਖ ਰਹੇ ਹਾਂ ਵੀ ਇਹ ਜਿਹੜਾ ਇਨਫਲੇਸ਼ਨ ਜਿਹੜਾ ਕਿ ਇਹ ਸਾਡੇ ਸੈਂਟਰਲ ਬੈਂਕ ਗਵਰਨਰ ਦਾ ਟਾਰਗੇਟ ਹੈ 2%, ਇਹ ਲੰਬਾ ਟਾਈਮ ਲਏਗਾ। ਇਹ ਕੋਈ ਛੇਤੀ 2% 'ਤੇ ਆਉਣ ਵਾਲਾ ਨਹੀਂ ਹੈ ਸਰ। ਇੱਕ ਪਿਛਲੇ ਦਿਨਾਂ 'ਚ ਸਰਕਾਰ ਥੋੜ੍ਹਾ ਜਿਹਾ ਹਰਕਤ 'ਚ ਆਈ। ਕਈ ਕਹਿੰਦੇ ਨੇ, ਸਾਡੇ ਜਿਵੇਂ ਦੋਸਤ ਕਹਿ ਰਹੇ ਨੇ ਕਿ ਜਾਗੀ ਥੋੜ੍ਹਾ ਜਿਹਾ ਨੀਂਦ ਤੋਂ, ਅਤੇ ਉਹਨਾਂ ਨੇ ਹਾਊਸਿੰਗ ਬਾਰੇ ਕੁਝ ਕਦਮਾਂ ਦਾ ਐਲਾਨ ਕੀਤਾ। ਜਿਵੇਂ ਪ੍ਰਾਈਮ ਮਿਨਿਸਟਰ ਨੇ ਜਿਹੜੀ ਇਹ ਸਿਟੀਜ਼ ਨੂੰ ਇਨਕਰੇਜ ਕਰਨ ਵਾਸਤੇ, ਜਿਹੜੀ ਹਾਈ ਡੈਂਸਿਟੀ ਕੰਸਟਰਕਸ਼ਨ ਇਨਕਰੇਜ ਕਰਨ ਵਾਸਤੇ, ਇਸੇ ਤਰ੍ਹਾਂ ਜਿਹੜੀ ਇੱਕ ਹੋਰ ਇੰਪੋਰਟੈਂਟ ਕੀਤੀ ਕਿ ਜਿਹੜੀਆਂ ਰੈਂਟਲ ਬਿਲਡਿੰਗਸ ਨੇ ਉਹਨਾਂ ਨੂੰ GST ਰਿਬੇਟ ਦੀ ਗੱਲ ਕੀਤੀ ਹੈ ਜੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਵੇਂ ਕੀ ਪ੍ਰਭਾਵ ਪਾਉਣਗੀਆਂ ਇਹ ਹਾਊਸਿੰਗ ਸੈਕਟਰ 'ਤੇ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸਰ, 2015 ਦੇ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਲਿਬਰਲ ਸਰਕਾਰ ਨੇ ਕਿਹਾ ਸੀਗਾ ਬਈ ਅਸੀਂ ਜਿਹੜਾ ਹੈ ਇਹ ਜਿਹੜੀਆਂ ਪਰਪਸਫੁਲ ਰੈਂਟਲ ਬਿਲਡਿੰਗ ਹੈਗੀਆਂ ਨੇ ਉਹਨਾਂ 'ਤੇ ਅਸੀਂ GST ਨਹੀਂ ਲਗਾਵਾਂਗੇ, ਮਤਲਬ ਛੂਟ ਦਿਆਂਗੇ। ਦੈਟ ਵਾਜ਼ ਅ ਗੁੱਡ ਸਟੈਪ।
ਲੇਕਿਨ ਇਹ ਵਾਅਦਾ ਮੁਕਰ ਗਈ ਜਦੋਂ ਇਲੈਕਟ ਹੋ ਕੇ ਆਏ ਤੇ ਇਹਨੇ ਇਹ ਦਿੱਤਾ ਨਹੀਂ ਇਹਨਾਂ ਨੇ। ਹੁਣ ਜਿਹੜਾ ਅਗਲੀ ਇਲੈਕਸ਼ਨ ਤੱਕ ਖਿੱਚ ਲਿਆ ਏ ਵਾਅਦਾ। ਹਾਂ ਨਹੀਂ ਸਰ 3 ਹੋ ਗਈਆਂ, 3 ਵਾਰੀ ਟਰੂਡੋ ਸਾਹਿਬ ਜਿਹੜਾ ਹੈ ਇਲੈਕਸ਼ਨ ਕਰ ਚੁੱਕੇ ਆ ਤੇ ਹੁਣ ਜਿਹੜਾ ਦੁਬਾਰਾ ਕਹਿਣ ਲੱਗੇ ਜੀ ਹੁਣ ਅਸੀਂ ਇਹ ਦਿਆਂਗੇ। ਦੇਰ ਆਈ ਸੋ ਦੁਰਸਤ ਆਏ, ਲੇਕਿਨ ਇਟ ਇਜ਼ ਏ 1 ਸਟੈਪ ਫੋਰਵਰਡ। ਲੇਕਿਨ ਹਜੇ ਵੀ ਕਈ ਸਟੈਪ ਜਿਹੜੀ ਇਹਨਾਂ ਨੇ ਕਈ ਚੀਜ਼ਾਂ ਦੀ ਲੋੜ ਹੈ। ਇੱਕ ਤਾਂ ਕੈਪੀਟਲ ਅਲਾਊਂਸ ਦੀ ਲੋੜ ਹੈ, ਡੈਪਰੀਸੀਏਸ਼ਨ ਦੀ ਲੋੜ ਹੈਗੀ ਹੈ, ਜਿਸ ਕਿ ਬਿਲਡਰਸ ਨੂੰ ਇਹ ਐਨਕਰੇਜ ਹੋਣ ਕਿ ਉਹ ਬਿਲਡਿੰਗ ਬਣਾ ਕੇ ਉਹਨੂੰ ਹੋਲਡ ਕਰਨ। ਤੀਸਰਾ ਜਿਹੜਾ ਸਭ ਤੋਂ ਵੱਡਾ ਹੈਗਾ ਜੀ ਕਿ ਇਹ ਜਿਹੜਾ ਲੋਨ ਹੈਗਾ, ਲੋਨ ਤੁਸੀਂ ਜਾਓ ਬੈਂਕ ਜਿਹੜੇ 5 ਸਾਲ ਲਈ ਫਿਕਸ ਦਿੰਦੇ ਆ। ਹੁਣ ਕਿਹੜਾ ਬਿਲਡਰ ਜਿਹੜਾ 30 ਈਅਰ ਫਿਕਸ ਲੋਨ ਜਿਹੜਾ ਲਊਗਾ ਜਾਂ ਕੋਈ ਬੈਂਕ ਦੇਗਾ, ਕਿਉਂਕਿ ਅੱਗੇ 5 ਸਾਲ ਬਾਅਦ ਤੁਸੀਂ ਤੇ ਫਿਰ ਕਿਰਾਇਆ ਉਨਾ ਹੀ ਵਧਾ ਸਕਦੇ ਹੋ ਜੋ ਇੱਥੋਂ ਦਾ ਸਰਕਾਰ ਕਹੇਗੀ। ਪਰ ਤੁਹਾਡੀ ਜੇ ਮੌਰਗੇਜ ਇੰਟਰਸਟ ਜਿਸ ਤਰ੍ਹਾਂ ਤੁਸੀਂ ਦੇਖਿਆ ਲੋਕਾਂ ਦੀਆਂ ਡਬਲ ਹੋ ਗਈਆਂ ਮੌਰਗੇਜਾਂ, ਜੇ ਇਸ ਤਰ੍ਹਾਂ ਬਿਲਡਰ ਦੀ ਮੌਰਗੇਜ ਡਬਲ ਹੋ ਗਈ ਬਣਾਉਣ ਤੋਂ ਬਾਵਜੂਦ। ਇੱਕ ਤਾਂ ਹੈਗਾ ਬਣਾਉਣਾ, ਬਣਾ ਕੇ ਫਿਰ ਉਹਨੂੰ ਮੈਨੇਜ ਵੀ ਕਰਨਾ। ਫਿਰ ਇਸ ਕਰਕੇ ਇਹਦੇ 'ਚ ਖਾਲੀ ਵੀ ਕਈ ਚੀਜ਼ਾਂ ਦੀ ਲੋੜ ਹੈਗੀ ਆ, ਲੇਕਿਨ ਦੇ ਆਰ ਮੂਵਿੰਗ ਇਨ ਰਾਈਟ ਡਾਇਰੈਕਸ਼ਨ, ਲੇਕਿਨ ਸਟਿਲ ਹਲੇ ਕਾਫੀ ਦੂਰ ਹੈਗੇ। ਇੱਕ ਆਰਗੂਮੈਂਟ ਕਈ ਲੋਕ ਹੋਰ ਦਿੰਦੇ ਨੇ, ਜਿਵੇਂ US 'ਚ ਹੈ, US ਜਿਹੜੀਆਂ ਮੌਰਗੇਜਸ ਨੇ ਉਹ ਇਹ ਨਹੀਂ ਹੈ ਕਿ 5 ਸਾਲ ਲਈ ਹੈ, ਜਿਹੜਾ ਤੁਸੀਂ ਇੱਕ ਵਾਰ ਹੋ ਗਿਆ 30 ਈਅਰ ਲਈ ਤੁਹਾਡਾ ਇੰਟਰਸਟ ਉਹ ਫਿਕਸ ਹੋ ਗਿਆ। ਫਿਕਸ ਹੈ ਜੀ। ਇਹ ਜਿਹੜੀ ਇੱਕ ਸੁਜੈਸ਼ਨ ਹੈ, ਇਹ ਆਈਡੀਆ ਜੀ, ਇਹਦੇ ਬਾਰੇ ਤੁਸੀਂ ਕੀ ਸਮਝਦੇ? ਬੜਾ ਅੱਛਾ ਆਈਡੀਆ ਸਰ। ਇਸ ਤੋਂ ਦੇ ਬੈਂਕ ਜਿਹੜੇ ਨੇ ਸਾਡੇ 5 ਬੈਂਕ, ਇਹਨਾਂ ਦੀ ਦਾਦਾਗਿਰੀ ਹੈਗੀ ਆ, ਇਹ ਨਹੀਂ ਹੋਣ ਦਿੰਦੇ। ਇਹ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਕਿ 5 ਸਾਲ ਲਈ, ਕਿਉਂਕਿ ਫਿਕਸ ਤੁਸੀਂ ਕਰ ਦਿੱਤਾ, 5 ਸਾਲ ਬਾਅਦ ਜੋ ਵੀ ਪ੍ਰੀਵੇਲਿੰਗ ਰੇਟ ਹੈ ਤੁਸੀਂ ਉਹ ਚਾਰਜ ਕਰੋਗੇ। ਤੇ ਜੇ ਇਹ ਫੋਰਨ ਫਿਰ ਈਵਨ ਜਿਹੜੀ ਇਹ ਕਹਿੰਦੇ ਨੇ ਆਪਣੀ ਐਮੋਰਟਾਈਜੇਸ਼ਨ, ਉਹਦਾ ਵੀ ਕੀ ਮਤਲਬ ਹੈ? ਫਿਰ ਤਾਂ 5 ਸਾਲ ਹੀ ਕਹੋ ਉਹਨੂੰ। ਐਮੋਰਟਾਈਜੇਸ਼ਨ ਇਜ਼ ਡਿਫਰੈਂਟ ਥਿੰਗ। ਨਹੀਂ ਪਰ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਇੱਕ ਲੋਨ ਦਿੱਤਾ, ਇੱਕ ਬੰਦੇ ਨੇ ਇੱਕ ਟਰਮ ਤੇ ਲੈ ਲਿਆ ਜੀ, ਪਰ ਉਹ ਫਿਰ ਉਹ ਮੁੜ ਕੇ ਜਦੋਂ ਉਹ ਬਦਲ ਜਾਏ, ਦੈਟ ਮੀਨਸ ਤੁਸੀਂ ਆਪਣੀਆਂ ਜਿਹੜੀਆਂ ਓਰੀਜਨਲ ਬੰਦੇ ਦਾ ਪਲਾਨ ਹੈ ਉਹ ਸਾਰੇ ਦਾ ਸਾਰਾ ਹਿਲ ਸਕਦਾ। ਐਬਸੋਲੂਟਲੀ। ਇਸ ਕਰਕੇ ਬੰਦੇ ਨੂੰ ਕੋਈ ਉਹ ਸਰਟਨਟੀ ਚਾਹੀਦੀ ਹੈ ਵੀ ਮੈਂ ਜੇ 30 ਸਾਲ ਦਾ ਲੋਨ ਲੈ ਰਿਹਾ ਜੀ ਤਾਂ ਮੇਰਾ ਇਹ ਨਹੀਂ ਹੈ ਵੀ ਅਚਾਨਕ ਹੀ ਉਹ 5% ਵੱਧ ਜਾਏਗਾ। ਵਧਿਆ ਜੀ, ਹੁਣ ਵਧਿਆ ਹੀ ਹੈ ਨਾ। ਵਧਿਆ ਹੈ। ਦੇਖੋ ਲੋਕਾਂ ਦੀ ਅੱਜ ਤੋਂ 5 ਸਾਲ ਪਹਿਲਾਂ ਫਿਕਸ ਮੌਰਗੇਜ 2-2.5% ਤੇ ਸੀਗੀ ਤੇ ਹੁਣ 6-6.5% ਤੇ ਮਿਲਦੀ ਆ, ਤੇ ਵਧਿਆ ਹੀ ਹੈ। 4% ਤੇ ਵਧਿਆ ਹੀ ਹੈਗਾ ਜਿਹਨਾਂ ਦੀ ਹੁਣ ਮੌਰਗੇਜ ਫਿਕਸ। ਕਿਸਮ ਦਾ ਧੋਖਾ ਹੋਇਆ ਨਾ ਲੋਕਾਂ ਨਾਲ, ਮੈਂ ਤੇ ਇਹ ਕਹੂੰਗਾ। ਹਾਂ ਬਿਲਕੁਲ ਸਰ, ਇਹ ਵੀ ਬੈਂਕਾਂ ਵਾਲਿਆਂ ਨੂੰ, ਕੈਨੇਡੀਅਨ ਜਿਹੜੇ ਬੈਂਕਸ ਨੇ ਇਹਨਾਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਇਹਨਾਂ ਕੋਲ ਕੰਪੀਟੀਸ਼ਨ ਨਹੀਂ ਹੈ। ਫੋਰਨ ਬੈਂਕਸ ਜਿਹੜੇ ਹੈ ਉਹ ਕਰਦੇ ਨਹੀਂ ਹੈ ਇੱਥੇ ਮੌਰਗੇਜ। ਫੋਰਨ ਬੈਂਕ ਕਿਸੇ ਦਾ ਛੋਟਾ ਜਿਹਾ ਬੈਂਕ HSBC ਬੈਂਕ, ਉਹਨੂੰ ਵੀ ਰਾਇਲ ਬੈਂਕ ਨੇ ਹੁਣ ਬਾਏ ਕਰ ਲਿਆ। ਤੇ ਹੁਣ ਤੁਸੀਂ ਜਦ ਤੱਕ ਕੰਪੀਟੀਸ਼ਨ ਹੀ ਨਹੀਂ ਹੈ, ਅਸੀਂ ਬੇਸਿਕਲੀ ਯੂ ਹੈਵ ਟੂ ਕ੍ਰੀਏਟ ਮੋਰ ਕੰਪੀਟੀਸ਼ਨ, ਦੈਨ ਓਨਲੀ ਯੂ ਵਿਲ ਬ੍ਰਿੰਗ ਦੀ ਮੋਰ ਇਨੋਵੇਟਿਵ ਪ੍ਰੋਡਕਟਸ, ਔਰ ਜਿਹੜੇ ਪ੍ਰੋਡਕਟਸ ਜਿਹੜੇ ਕੰਜ਼ਿਊਮਰਸ ਲਈ ਵਧੀਆ ਹੋਣਗੇ। ਲੇਕਿਨ ਹਾਲੇ ਤੱਕ ਤਾਂ ਚਾਹੇ ਕੋਈ ਵੀ ਸਰਕਾਰ ਆਈ ਹੈ, ਬੈਂਕ ਇਹ ਵੀ ਨਹੀਂ ਦੱਸਦੇ ਕਿ ਸਰਵਿਸ ਫੀ ਦੇ ਕਿੰਨੇ ਪੈਸੇ ਉਹਨਾਂ ਦੇ ਪ੍ਰੋਫਿਟ 'ਚ ਆਉਂਦੇ ਆ। ਇਹ ਵੀ ਨਹੀਂ ਦੱਸਦੇ। ਤੁਸੀਂ ਹੋਰ ਤੇ ਗੱਲਾਂ ਛੱਡੋ, ਦੱਸਦੇ ਹੀ ਨਹੀਂ ਹੈ। ਸੋ ਬੇਸਿਕਲੀ ਜਿਹੜਾ ਸਾਡਾ ਸਿਸਟਮ ਹੈ ਇਹ ਕੁਝ ਕਾਰਪੋਰੇਟਸ ਦੀ ਮੋਨੋਪੋਲੀ ਵਾਲਾ ਸੋਸ਼ਲਿਜ਼ਮ ਹੈ। ਦੇ ਆਰ ਡਿਕਟੇਟਿੰਗ ਜਿਹੜੇ ਵੀ ਹੈਗੇ ਆ। ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਤੁਹਾਨੂੰ ਯਾਦ ਹੋਏਗਾ ਬੈਂਕ ਆਫ ਕੈਨੇਡਾ ਨੇ ਜਦੋਂ 25 ਬੇਸਿਸ ਪੁਆਇੰਟ ਇੰਟਰਸਟ ਵਧਾਇਆ ਸੀ, ਇਹਨਾਂ ਸਾਰਿਆਂ ਬੈਂਕਾਂ ਨੇ ਸਿਰਫ 10 ਬੇਸਿਸ ਪੁਆਇੰਟ ਅੱਗੇ ਫੋਰਵਰਡ ਕੀਤਾ ਸੀਗਾ। 15 ਬੇਸਿਸ ਪੁਆਇੰਟ ਦੇ ਗੈਲੋਪਡ ਆਪਣੇ ਪ੍ਰੋਫਿਟ ਲਈ ਉਹਨਾਂ ਨੇ ਯੂਜ਼ ਕਰ ਲਿਆ ਹੈਗਾ। ਤੇ ਇਹ ਚੀਜ਼ ਜਿਹੜੀ ਹੈ ਇਹ ਅੱਛਾ ਫਿਰ ਤੁਸੀਂ ਫੋਰਸ ਵੀ ਨਹੀਂ ਕਰ ਸਕਦੇ। ਮਤਲਬ I do not know how they run the government. I'm not in a government official, I'm not a politician. But at the same time ਜਿਹੜੀਆਂ ਚੀਜ਼ਾਂ ਇਹ ਗੱਲ ਸਮਝਦੇ ਆਮ ਆਦਮੀ ਸਮਝ ਤੋਂ ਬਾਹਰ ਹੈ। ਬਈ ਸਾਡੇ ਪੜੋਸੀ ਕੰਟਰੀ ਦੇ ਅੰਦਰ ਅਮਰੀਕਾ 'ਚ 30 ਈਅਰ ਤੁਹਾਨੂੰ ਫਿਕਸ ਰੇਟ ਤੇ ਮੌਰਗੇਜ ਮਿਲਦੀ ਹੈ। ਮੇਰੀ ਕੱਲ੍ਹ ਕਿਸੇ ਪੋਲੀਟੀਸ਼ੀਅਨ ਨਾਲ ਗੱਲ ਹੋਈ ਸੀ ਵੀ ਇਹ ਚੱਕਰ ਕੀ ਹੈ ਤੁਹਾਡਾ। ਉਹ ਕਹਿੰਦੇ ਜੋ ਮੈਂ ਓਬਜ਼ਰਵ ਕੀਤਾ ਸਰਕਾਰ 'ਚ, ਸਰਕਾਰਾਂ ਸਾਡੀਆਂ ਇਹ ਚੱਲਦੀਆਂ ਨੇ ਕਿ ਜਿਹੜੀ ਫੈਡਰਲ ਸਰਕਾਰ ਹੈ ਉਹ ਸਿਰਫ PMO ਸਰਕਾਰ ਹੈ, MPਆਂ ਮਿਨਿਸਟਰਾਂ ਦਾ ਕੋਈ ਉੱਥੇ ਚੱਲਦੀ ਨਹੀਂ ਹੈ। ਜਿਹੜੀ ਪ੍ਰੋਵਿੰਸ਼ੀਅਲ ਹੈ ਉੱਥੇ ਪ੍ਰੀਮੀਅਰ ਆਫਿਸ ਹੈ, ਬਾਕੀਆਂ MPPs ਦੀ ਮਿਨਿਸਟਰ ਦੀ ਕੋਈ ਉੱਥੇ ਹੈ ਨਹੀਂ ਪੁੱਛ ਦੱਸ। ਜਿਹੜਾ PMO ਆਫਿਸ ਹੈ ਜਾਂ ਪ੍ਰੀਮੀਅਰ ਦਾ ਆਫਿਸ ਹੈ, ਅਸਲ 'ਚ ਉਹਦੇ ਬਿਊਰੋਕਰੈਟਸ ਚਲਾ ਰਹੇ ਨੇ ਸਾਰਾ ਕੁਛ। ਤੇ ਜਿਹੜੇ ਬਿਊਰੋਕਰੈਟਸ ਨੇ ਉਹ ਲੋਕਾਂ ਨੂੰ ਤਾਂ ਮਿਲਦੇ ਨੇ, ਉਹ ਤਾਂ ਲੌਬਿਸਟ ਨੂੰ ਮਿਲਦੇ ਨੇ ਜੀ। ਤੇ ਬੇਸਿਕਲੀ ਉਹ ਇੱਕ ਆਪਣੀ ਹੀ ਦੁਨੀਆ ਹੈ ਜਿੱਥੋਂ ਸਰਕਾਰ ਚੱਲਦੀ ਹੈ। Yeah, that is a phenomenon. Centralized ਹੈਗੀਆਂ ਪਾਵਰਸ, ਚਾਹੇ ਉਹ ਸੈਂਟਰ 'ਚ ਹੈ, ਚਾਹੇ ਉਹ ਪ੍ਰੋਵਿੰਸ਼ੀਅਲ ਲੈਵਲ 'ਤੇ ਹੈ, ਈਵਨ ਚਾਹੇ ਮਿਊਨਿਸਪਲ ਲੈਵਲ 'ਤੇ ਹੈਗਾ। It matters a lot. ਲੇਕਿਨ ਜੋ ਵੀ ਇਸ ਅਗੇਨ ਇਸ ਫॉर the politicians to reform the politics, ਬਈ ਕਿਸ ਤਰ੍ਹਾਂ ਉਹਨਾਂ ਨੇ ਚਲਾਉਣੀ ਹੈਗੀ ਆ। ਫਿਰ ਵੀ ਮੈਂ ਕਹਾਂਗਾ ਰਿਲੇਟਿਵਲੀ ਕੈਨੇਡਾ ਦੇ ਜਿਹੜੇ ਹੈ ਉਹ ਪ੍ਰਾਈਮ ਮਿਨਿਸਟਰ ਆਫਿਸ is far better than the countries we came in from.
ਉੱਥੇ ਤੇ ਐਵਰੀਥਿੰਗ ਇਜ਼ ਹਾਂਜੀ, ਵਨ ਬਸ ਮੈਨ ਸ਼ੋ। ਇਹੀ ਤਸੱਲੀ ਹੁੰਦੀ ਹੈ ਇੱਕ। ਬਸ ਜੀ। ਇੱਕ ਸਵਾਲ ਸੀ ਸਾਡੇ ਕੋਲ ਆਇਆ ਹੋਇਆ ਕਿ ਜਿਹੜੇ EMPLOYEES ਨੂੰ ਲੇ ਆਫ ਮਿਲ ਜਾਂਦੀ ਹੈ ਜੀ ਤੇ ਉਹਨਾਂ ਦੇ ਜਿਹੜੇ ਗਰੁੱਪ RRSP ਪਲਾਨ ਹੁੰਦੇ ਨੇ ਜਾਂ ਹੋਰ ਪਲਾਨ ਹੁੰਦੇ ਨੇ ਕੰਪਨੀ ਦੇ ਜੀ, ਲੈਵਲ ਤੇ ਜੀ। ਉੱਤੇ, ਉਹਨਾਂ 'ਤੇ ਕੀ ਅਸਰ ਪੈਂਦਾ? ਦੇਖੋ ਸਰ, ਜੇ ਤੁਹਾਡੀ ਗਰੁੱਪ RRSP ਹੈ ਜਿਸ ਤੁਸੀਂ ਵੀ ਕੰਟਰੀਬਿਊਟ ਕਰਦੇ ਸੀ, ਤੁਹਾਡੀ ਕੰਪਨੀ ਵੀ ਕੰਟਰੀਬਿਊਟ ਕਰਦੀ ਸੀਗੀ, ਜਦੋਂ ਤੁਹਾਡੀ ਲੇ ਆਫ ਹੋ ਜਾਂਦੀ ਹੈ ਜਾਂ ਤੁਸੀਂ ਰਿਟਾਇਰ ਹੋ ਜਾਂਦੇ ਆ, ਯੂ ਕੈਨ ਟ੍ਰਾਂਸਫਰ ਦੈਟ ਐਂਟਾਇਰ ਮਨੀ ਇਨਟੂ ਯੋਰ ਇੰਡੀਵਿਜੂਅਲ RRSP, ਜਿੱਥੇ ਵੀ ਕਿਸੇ ਹੋਰ ਇੰਸਟੀਟਿਊਸ਼ਨ ਤੁਸੀਂ ਉਹਨੂੰ ਲਿਜਾ ਸਕਦੇ ਆ। ਜੇ ਤੁਹਾਡਾ ਗਰੁੱਪ ਪਲਾਨ ਵੱਲੋਂ ਡਿਫਾਈਨਡ ਬੈਨੀਫਿਟ ਜਾਂ ਡਿਫਾਈਨਡ ਕੰਟਰੀਬਿਊਸ਼ਨ ਪੈਨਸ਼ਨ ਪਲਾਨ ਹੈ, ਇਹ ਦੋ ਤਰ੍ਹਾਂ ਦੇ ਪੈਨਸ਼ਨ ਪਲਾਨ ਨੇ, ਹਾਲਾਂਕਿ ਬਹੁਤ ਘੱਟ ਗਏ ਨੇ ਕੰਪਨੀਆਂ ਕੋਲ ਡਿਫਾਈਨਡ ਬੈਨੀਫਿਟ, ਤੇ ਮੈਂ ਕਹਾਂਗਾ ਸਿਰਫ 10% ਕੰਪਨੀਆਂ ਕੋਲ ਹੀ ਹੈਗੇ ਨੇ। ਔਰ ਜੇ ਤੁਸੀਂ ਓਵਰਆਲ ਦੇਖੋਗੇ, ਸਿਰਫ 5-7% ਕੰਪਨੀਆਂ ਹੀ ਹੈਗੀਆਂ ਜਿਹੜੀਆਂ ਕਿ ਆਪਣੇ EMPLOYE ਨੂੰ ਅੱਜ ਦੀ ਡੇਟ 'ਚ ਆਪਣਾ ਪ੍ਰਾਈਵੇਟ ਪੈਨਸ਼ਨ ਪਲਾਨ ਦਿੰਦੀਆਂ, ਨਹੀਂ ਤਾਂ CPP 'ਤੇ ਹੀ ਹਰ ਬੰਦਾ ਡਿਪੈਂਡੈਂਟ ਹੈਗਾ। ਤੇ ਜੇ ਸਪੋਜ਼ ਤੁਹਾਡਾ ਪੈਨਸ਼ਨ ਪਲਾਨ ਹੈਗਾ ਆ, ਉਸ ਪਲਾਨ ਨੂੰ ਵੀ ਤੁਸੀਂ ਜਿਹੜਾ ਹੈ ਉਹਨੂੰ ਕਹਿੰਦੇ ਆ ਲੀਰਾ, ਲੌਕਡ ਇਨ ਰਿਟਾਇਰਮੈਂਟ ਅਕਾਊਂਟ, ਉਹਦੇ ਅੰਦਰ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ। ਪਰ ਉਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਉਹ ਪੈਸੇ ਇਕੱਠੇ ਕਢਾ ਸਕਦੇ ਆ। ਜਿਵੇਂ ਗਰੁੱਪ RRSP ਹੋਵੇ, ਉਹਨੂੰ ਟ੍ਰਾਂਸਫਰ ਤੁਸੀਂ ਇੰਡੀਵਿਜੂਅਲ RRSP 'ਚ ਕਰਤਾ, ਤੁਹਾਨੂੰ ਅੱਜ ਲੋੜ ਹੈ $10,000 ਤੁਸੀਂ ਕਢਾ ਸਕਦੇ ਹਾਂ। ਲੇਕਿਨ ਜਿਹੜਾ ਪਲਾਨ ਲੀਰਾ ਹੈ, ਦੈਟ ਵਿਲ ਬੀ ਸਟਿਲ ਗਵਰਨਡ ਬਾਈ ਦਾ ਪੈਨਸ਼ਨ ਐਕਟ। ਪੈਨਸ਼ਨ ਐਕਟ ਦਾ ਮਤਲਬ ਇਹ ਆ ਵੀ ਏਜ ਓਨਟਾਰੀਓ ਦੇ ਅੰਦਰ ਤੁਸੀਂ ਏਜ 55 ਤੋਂ ਪਹਿਲਾਂ ਉਹ 'ਚ ਪੈਸੇ ਨਹੀਂ ਕਢਾ ਸਕਦੇ, ਅਨਲੈਸ ਕੋਈ ਤੁਹਾਡੇ ਤੇ ਫਾਈਨੈਂਸ਼ੀਅਲ ਹਾਰਡਸ਼ਿਪ ਆ ਜਾਏ। ਤੁਸੀਂ ਉਹ ਕਢਾ ਨਹੀਂ ਸਕਦੇ ਏਜ 55 ਤੋਂ ਪਹਿਲਾਂ? ਏਜ 55 ਤੋਂ ਓਕੇ। ਸਪੋਜ਼ ਤੁਸੀਂ 40 ਸਾਲ ਦੇ ਹੈਗੇ ਆ, ਤੁਹਾਡਾ ਕੰਪਨੀ 'ਚ ਕੋਈ ਪੈਨਸ਼ਨ ਪਲਾਨ ਸੀਗਾ, ਉਹ 'ਚ ਸਪੋਜ਼ ਉਹਦੀ ਕਿਊਮੂਲੇਟਿਡ ਵੈਲਿਊ ਜਿਹੜੀ ਆ ਉਹਦੀ ਸਪੋਜ਼ $50,000 ਸੀਗੀ, ਉਹ ਹੁਣ ਤੁਸੀਂ ਕੰਪਨੀ ਸਪੋਜ਼ ਛੱਡਤੀ ਜਾਂ ਲੇ ਆਫ ਹੋ ਗਈ, ਠੀਕ ਹੈ, ਉਹ 50,000 ਤੁਸੀਂ ਹੁਣ ਲੀਰਾ ਦੇ ਅੰਦਰ ਟ੍ਰਾਂਸਫਰ ਕਰ ਲਿਆ, ਇੰਡੀਵਿਜੂਅਲ ਪਲਾਨ ਦੇ ਅੰਦਰ ਟ੍ਰਾਂਸਫਰ ਹੋ ਗਿਆ। ਤੁਸੀਂ ਕਹੋ ਜੀ ਹੁਣ ਅੱਜ ਮੈਨੂੰ ਲੋੜ ਹੈ, ਮੇਰੇ ਕੋਲ ਮੌਰਗੇਜ ਦੇਣ ਜੋਗੇ ਪੈਸੇ ਹੀ ਨਹੀਂ ਹੈ, ਸੋ ਜਾਂ ਕੋਈ ਵੀ ਰੀਜ਼ਨ ਤੁਸੀਂ ਕਹੋ ਜੀ ਮੈਨੂੰ $50,000 ਕਢਾ ਦਿਓ, ਉਹਦੇ ਅੰਦਰ ਜਿਹੜਾ ਓਨਟਾਰੀਓ ਦਾ ਐਕਟ ਹੈ, ਉਹਦੇ ਅੰਦਰ ਤੁਸੀਂ 2-3 ਰੀਜ਼ਨ ਕਰਕੇ ਪੈਸੇ ਕਢਾ ਸਕਦੇ ਆ, ਈਵਨ 55 ਤੋਂ ਪਹਿਲਾਂ ਵੀ। ਫਾਈਨੈਂਸ਼ੀਅਲ ਹਾਰਡਸ਼ਿਪ ਹੋਵੇ ਜਾਂ ਤੁਹਾਡੀ ਲਾਈਫ ਐਕਸਪੈਕਟੈਂਸੀ ਘੱਟ ਰਹੀ ਹੋਵੇ, ਕਿਸੇ ਨੂੰ ਮੰਨ ਲਓ ਕੈਂਸਰ ਹੋ ਗਿਆ, ਠੀਕ ਹੈ, ਉਹ ਵਿਚਾਰੇ ਨੇ ਹੁਣ ਕਦੋਂ ਪੈਨਸ਼ਨ ਦੇਖਣੀ ਹੈ, ਤੇ ਉਹਦੇ ਅੰਦਰ ਫਿਰ ਡਾਕਟਰ ਦਾ ਸਰਟੀਫਿਕੇਟ ਲੱਗਦਾ ਆ, ਫਾਰਮ ਲੱਗਦੇ ਆ, ਤੁਸੀਂ ਪੈਸੇ ਕਢਾ ਸਕਦੇ ਆ। ਜਾਂ ਫਾਈਨੈਂਸ਼ੀਅਲ ਹਾਰਡਸ਼ਿਪ ਹੈ, ਉਹ ਤੁਹਾਨੂੰ ਇਹ ਨਹੀਂ ਕਿ ਤੁਸੀਂ ਕਹਿਤਾ ਜੀ ਮੇਰੇ ਫਾਈਨੈਂਸ਼ੀਅਲ ਹਾਰਡਸ਼ਿਪ, ਮੇਰੇ ਪੈਸੇ ਕਢਾ ਦਿਓ। ਉਹਨਾਂ ਨੇ ਤੁਹਾਡੀ ਫਿਰ ਜਿਹੜੀ ਨੋਟਿਸ ਅਸੈਸਮੈਂਟ ਦੇਖਣੀ ਹੈ ਪਿਛਲੇ 2 ਸਾਲ ਦੀ ਜਾਂ 3 ਸਾਲ ਦੀ, ਜਾਂ ਤੁਹਾਡੀ ਇਨਕਮ ਦੇਖਣੀ ਹੈ ਬਈ ਤੁਹਾਡੀ ਕਿੰਨੀ ਇਨਕਮ ਹੈ, ਤੁਹਾਡੇ ਕਿੰਨੇ ਐਕਸਪੈਂਸ ਹੈ। ਫਿਰ ਉਹਦੇ ਨਾਲ ਜਿਹੜਾ ਹੈ ਇਹ ਜਿਹੜਾ ਐਜੂਕੇਟਰ ਜਿਹੜਾ ਹੈ ਓਨਟਾਰੀਓ ਗੌਰਮੈਂਟ ਦਾ, ਉਹ ਤੁਹਾਨੂੰ ਅਲਾਉ ਕਰੇਗਾ ਵੀ ਤੁਸੀਂ ਇੰਨੇ ਪੈਸੇ ਜਿਹੜੇ ਆ ਹਰ ਸਾਲ ਉਹ ਕਢਾ ਸਕਦੇ ਆ। ਤੇ ਜੇ ਤੁਸੀਂ ਜੋ 55 ਦੇ ਹੋ ਗਏ ਆ, ਦੈਨ ਯੂ ਕੈਨ ਰੋਲ ਓਵਰ ਦੈਟ ਮਨੀ ਫਰਮ ਲੀਰਾ ਇਨਟੂ ਲਿਫ। ਲਿਫ ਸਟੈਂਡਸ ਫॉर ਲਾਈਫ ਇਨਕਮ ਫੰਡ। ਉਹਦੇ ਅੰਦਰ ਵੀ ਤੁਸੀਂ ਜਿਹੜਾ ਉਹਨੂੰ ਪੈਨਸ਼ਨ ਦੇ ਰੂਪ 'ਚ ਹੀ ਲੈ ਸਕਦੇ ਆ। ਇਹ ਨਹੀਂ ਵੀ 55 ਸਾਲ ਤੇ ਹੋ ਗਏ ਤੁਸੀਂ ਹੁਣ 56 ਦੇ ਹੋ ਗਏ, ਤੁਸੀਂ ਕਹੋ ਜੀ ਲਓ ਜੀ ਮੇਰੇ 55,000 ਦੇ ਦਿਓ, ਉਹ ਤੁਸੀਂ ਪੈਨਸ਼ਨ ਦੇ ਰੂਪ 'ਚ ਹੀ ਤੁਹਾਨੂੰ ਮਿਲਣਗੇ। ਉਹ ਹਰ ਮਹੀਨੇ ਹਰ ਸਾਲ ਤੁਹਾਨੂੰ ਜਿਹੜੀ ਉਹ ਜਿਸ ਤਰ੍ਹਾਂ ਪੈਨਸ਼ਨ ਤੁਹਾਨੂੰ ਕੰਪਨੀ 'ਚੋਂ ਪੈਨਸ਼ਨ ਮਿਲਣੀ ਸੀ ਉਸ ਤਰ੍ਹਾਂ ਮਿਲੇਗੀ। ਪਰ ਜੇ ਤੁਸੀਂ ਉਹਨੂੰ ਟ੍ਰਾਂਸਫਰ ਕਰਦੇ ਆ ਇੰਡੀਵਿਜੂਅਲ ਲੀਰਾ ਦੇ ਅੰਦਰ, ਉਹਨੂੰ ਤੁਸੀਂ ਬੈਟਰ ਮੈਨੇਜ ਕਰ ਸਕਦੇ ਆ, ਨੰਬਰ 1। ਨੰਬਰ 2, ਤੁਹਾਡੇ ਕੋਲ ਬੈਟਰ ਫੈਸਿਲਿਟੀਜ਼ ਹੈਗੀਆਂ ਨੇ। ਨੰਬਰ 3 ਜਿਹੜਾ ਹੈ ਤੁਸੀਂ ਕਹਿ ਸਕਦੇ ਆ ਕਿ ਉਹ ਪੈਸੇ ਜਿਹੜੇ ਆ ਜਦੋਂ ਤੁਹਾਡਾ ਕੋਈ ਇੰਡੀਵਿਜੂਅਲ ਫਾਈਨੈਂਸ਼ੀਅਲ ਐਡਵਾਈਜ਼ਰ ਜਿਹੜਾ ਹੈ ਉਹਨੂੰ ਮੈਨੇਜ ਕਰਦਾ ਹੈ, ਹੀ ਔਰ ਸ਼ੀ ਮੇ ਗੈਟ ਯੂ ਬੈਟਰ ਰੇਟ ਆਫ ਰਿਟਰਨ ਦੈਨ ਸਿਟਿੰਗ ਇਨ ਅ ਗਰੁੱਪ ਪਲਾਨ। ਤੋ ਇਹ ਇੱਕ ਹੋਰ ਚੀਜ਼ ਹੈ, ਗਰੁੱਪ ਇੰਸ਼ੋਰੈਂਸ ਵੀ ਹੁੰਦੀ ਹੈ। ਕਈ ਲੋਕਾਂ ਕੋਲ ਜਿਵੇਂ ਕੰਪਨੀ ਵੱਲੋਂ ਇੰਸ਼ੋਰੈਂਸ ਹੁੰਦੀ ਹੈ, ਲਾਈਫ ਦੀ ਵੀ ਹੁੰਦੀ ਹੈ, ਹੈਲਥ ਦੀ ਵੀ ਇੰਸ਼ੋਰੈਂਸ ਹੁੰਦੀ ਹੈ। ਦੇਖੋ ਹੁਣ ਸਪੋਜ਼ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਆ, ਠੀਕ ਹੈ, ਤੁਹਾਨੂੰ ਡਾਇਬਟੀਜ਼ ਹੈ, ਹੁਣ ਤੁਹਾਨੂੰ ਲੇ ਆਫ ਮਿਲ ਗਈ। ਹੁਣ ਜਦੋਂ ਤੁਸੀਂ ਇੱਕ ਜਾਂ ਤਾਂ ਵਿਦਨ 1 ਮੰਥ ਉਸ ਪਲਾਨ ਨੂੰ ਕਨਵਰਟ ਕਰੋ ਕਿਸੇ ਹੋਰ ਕੰਪਨੀ ਦੇ ਇੰਡੀਵਿਜੂਅਲ ਪਲਾਨ ਦੇ ਅੰਦਰ। ਜੇ ਵਿਦਨ 1 ਮੰਥ ਕਰੋਗੇ ਤਾਂ ਉਹ ਕੰਪਨੀ ਤੁਹਾਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਕਵਰ ਕਰੇਗੀ। ਜੇ ਤੁਸੀਂ 30 ਡੇਜ਼ ਛੱਡ ਦਿੱਤੇ, ਫਿਰ ਤੁਸੀਂ ਕਹੋ ਜੀ ਹੁਣ ਮੇਰੀ ਡਾਇਬਟੀਜ਼ ਵੀ ਕਵਰ ਕਰੋ, ਕਿ ਦਿਸ ਵੀ ਵਿਲ ਨਾਟ ਕਵਰ ਦਾ ਪ੍ਰੀ ਐਗਜ਼ਿਸਟਿੰਗ। ਹਾਂ, ਉਹ 'ਚ ਫਿਰ ਡਾਇਬਟੀਜ਼ ਦੀ ਤੁਹਾਡੀ ਦਵਾਈਆਂ ਨਹੀਂ ਕਵਰ ਹੋਣੀਆਂ। ਇੱਦਾਂ ਹੀ ਲਾਈਫ ਇੰਸ਼ੋਰੈਂਸ ਹੈਗੀ ਆ। ਲਾਈਫ ਇੰਸ਼ੋਰੈਂਸ ਜਿਹੜੀ ਤੁਹਾਡੀ ਗਰੁੱਪ ਵੱਲੋਂ ਹੈਗੀ ਆ, ਉਹਨੂੰ ਤੁਸੀਂ ਇੰਡੀਵਿਜੂਅਲ ਲਾਈਫ ਇੰਸ਼ੋਰੈਂਸ ਕਨਵਰਟ ਕਰ ਸਕਦੇ ਵਿਦਨ 30 ਡੇਜ਼। ਲੇਕਿਨ ਉਹਦੇ 'ਚ ਇਹ ਵੀ ਹੈ ਸ਼ਮੀਲ ਜੀ, ਉਹ ਤੁਹਾਨੂੰ ਫਿਰ ਕੰਪਨੀ ਨੇ ਸਮੋਕਰ ਰੇਟ ਦੇਣਾ। ਅੱਛਾ, ਉਹ ਸਮੋਕਰ ਔਰ ਨਾਨ ਸਮੋਕਰ ਦਾ ਰੇਟ 50% ਦਾ ਡਿਫਰੈਂਸ ਹੁੰਦਾ ਸਰ। ਸੋ ਇਸੇ ਕਰਕੇ ਆਈ ਆਲਵੇਜ਼ ਐਡਵਾਈਜ਼ ਮਾਈ ਕਲਾਇੰਟਸ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਕਿਸੇ ਕੰਪਨੀ 'ਚ, ਡੂ ਨਾਟ ਡਿਪੈਂਡ ਔਨ ਅ ਗਰੁੱਪ ਇੰਸ਼ੋਰੈਂਸ। Always have your individual life insurance on the side also, so that it gets paid off by the time you retire. Number 1. Number 2,
ਤੁਹਾਡਾ ਰੇਟ ਘੱਟ ਹੁੰਦਾ, ਗਰੁੱਪ ਇੰਸ਼ੋਰੈਂਸ ਦਾ ਰੇਟ ਹਮੇਸ਼ਾ ਜ਼ਿਆਦਾ ਹੁੰਦਾ, ਅਨਲੈਸ ਕਿ ਤੁਹਾਨੂੰ ਕੋਈ ਮੈਡੀਕਲ ਡਿਜ਼ੀਜ਼ ਹੈਗੀ ਆ, ਤੁਹਾਨੂੰ ਇੰਡੀਵਿਜੂਅਲ ਇੰਸ਼ੋਰੈਂਸ ਮਿਲਣ 'ਚ ਦਿੱਕਤ ਆਏਗੀ, ਦੈਨ ਦ ਗਰੁੱਪ ਇੰਸ਼ੋਰੈਂਸ ਬੈਟਰ ਚੋਇਸ। ਤੁਹਾਡੀ ਗੱਲਬਾਤ ਸੁਣਦਿਆਂ ਮੇਰੇ ਮਨ 'ਚ ਇੱਕ ਹੋਰ ਚੱਲ ਰਹੀਆਂ ਸੀ ਥਾਟਸ ਵੀ, ਜਿਹੜੇ ਇਹ ਅਸੀਂ ਰਿਟਾਇਰਮੈਂਟ ਪਲਾਨ ਕਰਦੇ ਹਾਂ ਜਾਂ ਸੇਵਿੰਗ ਕਰਦੇ ਹਾਂ ਰਿਟਾਇਰਮੈਂਟ ਵਾਸਤੇ, ਪੈਸਾ ਅਸੀਂ ਤਾਂ ਸੋਚਦੇ ਹਾਂ ਆਪਣੇ ਵੱਲੋਂ ਇਹ ਪੈਸਾ ਗਰੋ ਕਰੇਗਾ ਜੀ, ਪਰ ਨਾਲ ਇੱਕ ਜਿਹੜੀ ਦੂਜੀ ਸਾਈਡ ਹੈ ਕਿ ਪੈਸੇ ਦੀ ਵੈਲਿਊ ਦਿਨ ਬ ਦਿਨ ਘੱਟਦੀ ਘੱਟ ਰਹੀ ਹੈ। ਯੈਸ। ਅਤੇ ਕਹਿਣ ਨੂੰ ਸਾਨੂੰ ਲੱਗੇਗਾ ਕਿ ਹੁਣ ਤੋਂ ਮਤਲਬ 20 ਸਾਲ ਬਾਅਦ ਇੰਨੇ % ਇੰਟਰਸਟ ਨਾਲ ਇਹਨੇ ਇੰਨਾ ਪੈਸਾ ਹੋ ਗਿਆ ਜੀ, ਪਰ ਉਸ ਵੇਲੇ ਉਹ ਪੈਸੇ ਦੀ ਜਿਹੜੀ ਵੈਲਿਊ ਹੈ ਉਹ ਤਾਂ ਹੋ ਸਕਦਾ ਅਸਲ 'ਚ ਘੱਟ ਗਈ ਹੋਏ। ਯੈਸ, ਐਬਸੋਲੂਟਲੀ ਉੱਥੇ ਫਿਰ ਹੁੰਦਾ। ਉਹ ਸਾਰੀ ਉਹ ਸੇਵਿੰਗ ਦਾ ਵੀ ਕੀ ਮਤਲਬ ਰਹਿ ਜਾਂਦਾ ਹੁੰਦਾ ਸਰ, ਇਸੇ ਕਰਕੇ ਯੂ ਬੈਟਰ ਰਿਵਿਊ ਯੋਰ ਫਾਈਨੈਂਸ਼ੀਅਲ ਪਲਾਨ। ਦੇਖੋ, ਜ਼ਿੰਦਗੀ ਦੇ ਅੰਦਰ ਰਿਟਾਇਰਮੈਂਟ ਵੀ ਜ਼ਰੂਰ ਹੋਣੀ ਹੈ ਤੁਹਾਡੀ, ਔਰ ਸਾਡੇ ਖਾਸ ਤੌਰ 'ਤੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਹੈ, ਰਿਟਾਇਰਮੈਂਟ ਬਾਰੇ ਕਦੀ ਸੋਚਦੇ ਨਹੀਂ ਹੈ, ਉਹ ਉਹਨੂੰ ਰੱਬ ਦੇ ਆਸਰੇ ਹੀ ਛੱਡ ਦਿੰਦੇ ਆ, ਔਰ ਇਸੇ ਕਰਕੇ ਫਿਰ ਸਾਡੀ ਜਿਹੜੀ ਆ ਉਹ ਰਿਟਾਇਰਡ ਲਾਈਫ ਕਾਫੀ ਮੁਸ਼ਕਲ ਹੁੰਦੀ ਆ, ਕਿਉਂਕਿ ਇਸ ਕੰਟਰੀ ਦੇ ਅੰਦਰ ਬੈਕ ਹੋਮ ਟੋਟਲੀ ਡਿਫਰੈਂਟ ਲਾਈਫ ਹੈਗੀ ਹੈ ਸਰ। ਇਸ ਕੰਟਰੀ ਦੇ ਅੰਦਰ ਤੁਸੀਂ ਦੇਖੋ ਲੌਂਗੇਟਿਵਿਟੀ ਲਾਈਫ ਹੈ, ਐਵਰੇਜ ਲਾਈਫ ਐਕਸਪੈਕਟੈਂਸੀ ਇੱਥੇ 83 to 86 ਈਅਰਸ ਹੈ। 65 ਤੁਸੀਂ ਰਿਟਾਇਰ ਹੋ ਗਏ, 18 ਤੋਂ 20 ਸਾਲ ਤੁਸੀਂ ਵਿਦਆਊਟ ਇਨਕਮ ਰਹਿਣਾ ਆ। ਜੇ ਤੁਸੀਂ ਥੋੜ੍ਹਾ ਸਰਵਾਈਵਲ ਜਦੋਂ ਤੁਸੀਂ ਕੰਮ ਕਰਦੇ ਤਾਂ ਹੀ ਟਫ ਸੀਗਾ, ਅਤੇ ਰਿਟਾਇਰ ਹੋ ਕੇ ਸੋਚੋ ਕੀ ਹੋਣਾ ਆ। ਅਤੇ ਇਸ ਬਾਰੇ ਅਸੀਂ ਸੋਚਦੇ ਨਹੀਂ ਹੈਗੇ, ਔਰ ਸਰਕਾਰਾਂ ਕੋਲ ਵੀ ਇੰਨੇ ਕੋਈ ਬੈਨੀਫਿਟ ਨਹੀਂ ਹੈਗੇ ਆ ਬਈ CPP ਜਾਂ ਜਿਹੜੇ ਤੁਹਾਨੂੰ ਓਲਡ ਏਜ ਸਿਕਿਉਰਿਟੀ ਪੈਨਸ਼ਨ ਮਿਲਦੀ ਹੈ। ਅੱਛਾ, ਓਲਡ ਏਜ ਸਿਕਿਉਰਿਟੀ ਪੈਨਸ਼ਨ 'ਤੇ ਵੀ ਕੈਪ ਹੈਗੀ ਆ, ਇਹ ਵੀ ਲੋਕਾਂ ਨੂੰ ਨਹੀਂ ਪਤਾ ਬਈ ਜੇ ਤੁਹਾਡੀ 80,000 ਦੀ ਇਨਕਮ ਹੈ, ਉਸ ਤੋਂ ਬਾਅਦ ਤੁਹਾਡੀ ਓਲਡ ਏਜ ਸਿਕਿਉਰਿਟੀ ਪੈਨਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ। 1,10,000 ਤੇ ਜ਼ੀਰੋ ਹੈ ਤੁਹਾਡੀ। ਜੇ ਸਪੋਜ਼ 10,000 ਮੰਥਲੀ ਤੁਹਾਡੀ ਇਨਕਮ ਹੈਗੀ ਆ, ਤੁਹਾਨੂੰ ਓਲਡ ਏਜ ਸਿਕਿਉਰਿਟੀ ਪੈਨਸ਼ਨ ਨਹੀਂ ਮਿਲਣੀ, ਜ਼ੀਰੋ ਹੈਗੀ ਹੈ। ਸੋ ਇਹ ਲੋਕਾਂ ਨੂੰ ਪਤਾ ਨਹੀਂ ਹੈਗੀ, ਔਰ ਕਈ ਬੰਦਿਆਂ ਨੇ ਖਰਚੇ ਇਸ ਤਰ੍ਹਾਂ ਵਧਾਏ ਹੁੰਦੇ ਆ, ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਹੈਲਥ ਬੈਨੀਫਿਟਸ ਵੀ ਕੋਈ ਇੰਨੇ ਵਧੀਆ ਨਹੀਂ ਰਹਿਣੇ, ਘਟੀ ਜਾਣੇ ਆ। ਜਿੱਦਾਂ ਦੇ ਸਰਕਾਰਾਂ ਦੇ ਫਾਈਨੈਂਸਿਸ ਹੁੰਦੇ ਜਾ ਰਹੇ, ਜਿਹੜੇ ਸਾਡੇ ਇਹ ਵੈਲਫੇਅਰ ਦੇ ਇੱਦਾਂ ਦੇ ਪ੍ਰੋਗਰਾਮ ਨੇ, ਇਹਨਾਂ ਦੇ ਫਿਊਚਰ ਨੂੰ ਲੈ ਕੇ ਵੀ ਤੇ ਹੁਣ ਲੋਕਾਂ ਦੇ ਮਨਾਂ 'ਚ ਚਿੰਤਾ ਹੋਣੀ ਚਾਹੀਦੀ ਹੈ ਸਰ, ਨਾ ਕਿ ਵੀ ਇਹ ਪਤਾ ਨਹੀਂ ਉਸ ਵੇਲੇ ਕਿਹੋ ਜਿਹੇ ਹੋਣਗੇ। ਸਰਕਾਰਾਂ ਕੋਲ ਗੁੰਜਾਇਸ਼ ਵੀ ਹੋਏਗੀ ਸਾਰਾ ਕੁਝ ਦੇਣ ਦੀ। ਜੀ, ਹੈਲਥ ਬੈਨੀਫਿਟ ਜਿਹੜਾ ਹੈ ਬਹੁਤ ਵੱਡਾ ਡਰੇਨ ਹੈ, ਔਰ ਇਸ ਕਰਕੇ ਸਾਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ। ਵੈਨ ਵੀ ਰਿਟਾਇਰ ਵੀ ਸ਼ੁੱਡ ਹੈਵ ਸਫੀਸ਼ੀਐਂਟ ਮਨੀ ਫॉर ਰਿਟਾਇਰਮੈਂਟ। B ਇਸ ਕਿ ਸਾਡੇ ਕੋਲ ਹੈਲਥ ਇੰਸ਼ੋਰੈਂਸ ਵੀ ਸਹੀ ਹੋਏ, ਔਰ ਇਸ ਤਰ੍ਹਾਂ ਦੀ ਇੰਸ਼ੋਰੈਂਸਿਸ ਔਰ ਰਿਟਾਇਰਮੈਂਟ ਪਲਾਨਿੰਗ ਬਾਰੇ ਬੰਦਾ ਸਰ ਸਾਡੇ ਪੰਜਾਬੀ ਭਾਈਚਾਰੇ 'ਚ ਬਹੁਤ ਘੱਟ ਮਤਲਬ ਜਾਗਰੂਕਤਾ ਹੈਗੀ ਆ। ਬਸ ਇਹੀ ਹੈ, ਕਿਊਮੂਲੇਟ ਕਰੀ ਜਾਓ, ਔਰ ਜਦੋਂ ਟੈਕਸ ਪਲਾਨਿੰਗ ਕਦੀ ਨਹੀਂ ਕਰਦੇ, ਐਗਜ਼ਿਟ ਪਲਾਨ ਕੋਈ ਨਹੀਂ ਹੈਗਾ, ਐਂਟਰੀ ਹੈਗਾ ਮੈਂ 2 ਘਰ ਲੈ ਲਏ, 4 ਘਰ ਲੈ ਲਏ, ਐਗਜ਼ਿਟ ਕੋਈ ਨਹੀਂ ਹੈ। ਅਤੇ ਮੇਰੇ ਕੋਲ ਕੁਛ ਸਵਾਲ ਆ ਰਹੇ ਸੀ, ਪਰ ਅਸੀਂ ਇੱਥੇ ਹੁਣ ਔਨ ਏਅਰ 'ਤੇ ਨਹੀਂ ਲੈ ਸਕਦੇ। ਤੁਸੀਂ ਹੁਣ ਆਪਣਾ ਫ਼ੋਨ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਬਾਅਦ 'ਚ ਕਾਲ ਕਰ ਸਕਾਂ। Sure, Shamil ji, any question about financial advice? My phone number is 416-573-4798, 416-573-4798, Punjabi 416 573 4798। Thank you ji। ਬਹੁਤ ਬਹੁਤ ਸ਼ੁਕਰੀਆ ਜੀ।